ਹੁਣ ਅਸੀਂ ਕਰਦੇ ਹਾਂ 7ਵੀਂ ਜਮਾਤ ਗਣਿਤ ਦਾ ਅਭਿਆਸ 6.4। ਪਹਿਲਾ ਨੋਟ, ਤ੍ਰਿਭੁਜ ਦੀਆਂ ਭੁਜਾਵਾਂ ਦਾ ਅਸਮਾਨਤਾ ਗੁਣ। ਕਿਸੇ ਵੀ ਤ੍ਰਿਭੁਜ ਦੀਆਂ ਦੋ ਭੁਜਾਵਾਂ ਦੇ ਮਾਪਾਂ ਦਾ ਜੋੜ ਤੀਸਰੀ ਭੁਜਾ ਦੇ ਮਾਪ ਤੋਂ ਹਮੇਸ਼ਾ ਵੱਡਾ ਹੁੰਦਾ ਹੈ। ਕਿਸੇ ਤ੍ਰਿਭੁਜ ਨੂੰ ਬਣਾਉਣ ਦੀ ਇੱਕ ਅਹਿਮ ਸ਼ਰਤ ਹੈ ਕਿ ਕੋਈ ਵੀ ਦੋ ਭੁਜਾਵਾਂ ਦੇ ਮਾਪਾਂ ਦਾ ਜੋੜ ਕਰ ਲਓ, ਉਹ ਹਮੇਸ਼ਾ ਤੀਜੀ ਭੁਜਾ ਤੋਂ ਵੱਡਾ ਹੋਣਾ ਚਾਹੀਦਾ। ਜੇ ਵੱਡਾ ਨਾ ਆਵੇ ਤਾਂ ਤਿਕੋਣ ਬਣਾਉਣੀ ਸੰਭਵ ਨਹੀਂ। ਇੱਕ ਦੂਸਰਾ ਨੋਟ ਯਾਦ ਰੱਖਿਓ, ਤ੍ਰਿਭੁਜ ਦੀ ਤੀਸਰੀ ਭੁਜਾ ਦਾ ਜਿਹੜਾ ਮਾਪ ਹੁੰਦਾ ਹੈ ਇਹ ਦੋ ਭੁਜਾਵਾਂ ਦੇ ਮਾਪਾਂ ਦੇ ਜੋੜ ਤੋਂ ਛੋਟਾ ਹੁੰਦਾ ਹੈ, ਪਰ ਉਹਨਾਂ ਦੋ ਭੁਜਾਵਾਂ ਦੇ ਮਾਪਾਂ ਦੇ ਅੰਤਰ ਤੋਂ ਵੱਡਾ ਹੁੰਦਾ ਹੈ। ਇਹ ਨੋਟ ਯਾਦ ਰੱਖ ਲੈਣਾ। ਆਓ ਹੁਣ ਆਪਾਂ ਪ੍ਰਸ਼ਨ ਹੱਲ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਹੇਠਾਂ ਦਿੱਤੀਆਂ ਭੁਜਾਵਾਂ ਦੇ ਮਾਪ ਤੋਂ ਕੀ ਕੋਈ ਤ੍ਰਿਭੁਜ ਬਣਾਉਣੀ ਸੰਭਵ ਹੈ? ਸਾਨੂੰ ਭੁਜਾਵਾਂ ਦਾ ਮਾਪ ਦਿੱਤਾ। ਲਓ ਜੀ, ਮੈਂ ਮਾਪ ਲਿਖ ਲਿਆ। ਤਾਂ ਮੈਂ ਪ੍ਰੋਪਰਟੀ ਲਗਾਵਾਂਗਾ, ਯਾਨੀ ਕਿ ਗੁਣ ਚੈੱਕ ਕਰਾਂਗਾ ਕਿ ਦੋ ਭੁਜਾਵਾਂ ਦਾ ਮਾਪਾਂ ਦਾ ਜੋੜ ਤੀਜੇ ਤੋਂ ਵੱਡਾ ਹੈ ਤਾਂ ਤਿਕੋਣ ਬਣਾਉਣੀ ਸੰਭਵ ਹੈ। ਜੇ ਨਾ ਵੱਡਾ ਆਇਆ ਤਾਂ ਨਹੀਂ ਸੰਭਵ। ਤਾਂ ਲਓ, ਐਟ ਏ ਟਾਈਮ ਮੈਂ ਦੋ ਭੁਜਾਵਾਂ ਦਾ ਜੋੜ ਚੈੱਕ ਕਰਦਾ। 2 + 3 ਇਹ ਬਰਾਬਰ ਆ ਗਿਆ ਜੀ 5। ਲਓ, ਜੋੜ ਤਾਂ ਪਹਿਲਾਂ ਹੀ ਤੀਜੀ ਭੁਜਾ ਦੇ ਬਰਾਬਰ ਆ ਰਿਹਾ, ਉਸ ਤੋਂ ਵੱਡਾ ਤਾਂ ਆਇਆ ਹੀ ਨਹੀਂ। ਯਾਨੀ ਕਿ ਦੋ ਭੁਜਾਵਾਂ ਦੇ ਮਾਪਾਂ ਦਾ ਜੋੜ, ਇਹ ਦੇਖੋ ਤੀਸਰੀ ਭੁਜਾ ਦੇ ਮਾਪ ਦੇ ਬਰਾਬਰ ਆ ਗਿਆ, ਉਹ 5 ਸੀ। ਤੀਸਰੀ ਭੁਜਾ ਦਾ ਮਾਪ ਇਹ ਵੱਡਾ ਨਹੀਂ ਹੈ ਤੀਸਰੀ ਭੁਜਾ ਦਾ ਮਾਪ ਨਾਲੋਂ, ਇਸ ਕਰਕੇ ਤ੍ਰਿਭੁਜ ਦੀ ਰਚਨਾ ਕਰਨੀ ਸੰਭਵ ਨਹੀਂ। ਆਨਸਰ ਇਹਦਾ ਇੱਕ ਹੋਰ ਭਾਗ ਦੇਖੋ, ਦੂਸਰਾ ਭਾਗ 3 ਸੈਂਟੀਮੀਟਰ, 6 ਸੈਂਟੀਮੀਟਰ ਅਤੇ 7 ਸੈਂਟੀਮੀਟਰ। ਤਿੰਨ ਭੁਜਾਵਾਂ ਦੇ ਮਾਪ ਦੇਤੀ। ਮੈਂ ਦੋ ਭੁਜਾਵਾਂ ਜੋੜਦਾ, ਪਹਿਲਾਂ 3 ਅਤੇ 6 ਨੂੰ ਜੋੜਦਾ, ਫਿਰ 6 ਅਤੇ 7 ਨੂੰ ਜੋੜਦਾ, ਫਿਰ 3 ਅਤੇ 7 ਨੂੰ ਜੋੜਦਾ। 3 ਅਤੇ 6 ਜੋੜ ਬਣ ਗਿਆ ਜੀ 9। ਇਹ ਤੀਜੀ ਭੁਜਾ 7 ਤੋਂ ਵੱਡਾ ਆ ਗਿਆ। 6 ਅਤੇ 7 ਜੋੜ ਬਣ ਗਿਆ ਜੀ 13। ਇਹ ਤੀਜੀ ਭੁਜਾ 3 ਤੋਂ ਵੱਡਾ ਆ ਗਿਆ। 3 ਅਤੇ 7 10। ਇਹ ਭੁਜਾ 6 ਤੋਂ ਵੱਡਾ ਆ ਗਿਆ। ਯਾਨੀ ਕਿ ਇਹਨਾਂ ਤਿੰਨੇ ਕੇਸਾਂ 'ਚ ਦੋ ਭੁਜਾਵਾਂ ਦੇ ਮਾਪਾਂ ਦਾ ਜੋੜ ਵੱਡਾ ਹੈ ਤੀਸਰੀ ਭੁਜਾ ਦਾ ਮਾਪ, ਇਸ ਕਰਕੇ ਤ੍ਰਿਭੁਜ ਬਣਾਉਣੀ ਸੰਭਵ ਹੈ। ਹੁਣ ਇਹਦਾ ਤੀਸਰਾ ਭਾਗ ਦੇਖੋ, ਉਹਦੇ ਵਿੱਚ ਮੈਨੂੰ 6 ਸੈਂਟੀਮੀਟਰ, 3 ਸੈਂਟੀਮੀਟਰ ਅਤੇ 2 ਸੈਂਟੀਮੀਟਰ ਕਿੰਨੇ ਭੁਜਾਵਾਂ ਦੇ ਮਾਪ ਦਿੱਤੇ ਹੋਏ ਆ। ਚਲੋ ਇੱਕ ਵਾਰੀ ਮੈਂ ਪਹਿਲੀਆਂ ਦੋ ਭੁਜਾਵਾਂ ਦਾ ਮਾਪਾਂ ਦਾ ਜੋੜ ਕਰਦਾ। 6 + 3 9, ਇਹ ਤੀਸਰੀ ਭੁਜਾ ਦੇ ਮਾਪ ਤੋਂ ਵੱਡਾ ਹੈ। ਹੁਣ ਅਗਲੀ ਵਾਰੀ ਮੈਂ ਦੂਸਰੀ ਅਤੇ ਤੀਸਰੀ ਭੁਜਾ ਜੋੜਦਾ। 3 ਅਤੇ 2 5, ਇਹ ਤੀਸਰੀ ਭੁਜਾ 6 ਤੋਂ ਵੱਡਾ ਆਇਆ? ਨਹੀਂ ਵੱਡਾ ਆਇਆ। ਲਿਖ ਦਿੰਦੇ ਹਾਂ। ਇਸ ਕਰਕੇ ਦੋ ਭੁਜਾਵਾਂ ਦੇ ਮਾਪਾਂ ਦਾ ਜੋੜ ਵੱਡਾ ਨਹੀਂ ਹੈ ਤੀਸਰੀ ਭੁਜਾ ਦਾ ਮਾਪ। ਇਸ ਕਰਕੇ ਤਿਕੋਣ ਬਣਾਉਣੀ ਸੰਭਵ ਨਹੀਂ। ਆਨਸਰ ਯਾਦ ਰੱਖ ਲਓਗੇ। ਹਮੇਸ਼ਾ ਇਸ ਤਰ੍ਹਾਂ ਤੁਸੀਂ ਦੋ ਭੁਜਾਵਾਂ ਦਾ ਜੋੜ ਚੈੱਕ ਕਰਨਾ ਹੈ। ਮੰਨ ਲਓ ਜੇ ਤੁਸੀਂ 6 ਅਤੇ 2 8, ਇਹ 3 ਤੋਂ ਵੱਡਾ ਹੈ, ਦੂਸਰੀ ਕੰਡੀਸ਼ਨ ਵੀ ਚੈੱਕ ਕਰ ਲੈਂਦੇ, ਪਰ ਤਾਂ ਵੀ ਤੁਸੀਂ ਤਿੰਨੇ ਭੁਜਾਵਾਂ ਲੈ ਕੇ ਇਹ ਕੰਡੀਸ਼ਨਾਂ ਚੈੱਕ ਕਰਨੀਆਂ। ਕੁਦਰਤੀ ਦੂਸਰੀ ਕੰਡੀਸ਼ਨ 'ਚ ਹੀ ਪਤਾ ਲੱਗ ਗਿਆ ਵੀ ਮਾਪ ਵੱਡਾ ਨਹੀਂ ਆ ਰਿਹਾ, ਤਾਂ ਇਸ ਕਰਕੇ ਤਿਕੋਣ ਬਣਾਉਣੀ ਸੰਭਵ ਨਹੀਂ। ਆਓ ਅਗਲਾ ਪ੍ਰਸ਼ਨ ਦੇਖੀਏ। दूसरा प्रश्न है, त्रिभुज PQR ਦੇ ਅੰਦਰ ਕੋਈ ਬਿੰਦੂ O ਲਿਆ ਤੇ ਦੱਸਣਾ ਵੀ ਆਹ ਸਥਿਤੀਆਂ ਸਹੀ ਹੈ ਕਿ ਗਲਤ। ਲਓ ਜੀ, ਪਹਿਲਾਂ ਮੈਂ ਤਿਕੋਣ ਬਣਾ ਲੈਣਾ।
P Q ਤੇ R। अंदर रखिया जी बिंदु O। हुण तुसी की करना है, बिंदु O नूं तिन्ने सिखरां P Q R नाल मिला दिओ। ठीक है, असी सब तो पहला त्रिकोण चक लैंदे आ OPQ। त्रिकोण OPQ विच अच्छा नोट करो, जे मैं भुजा OP ते OQ का जोड़ लिखा OP प्लस OQ, तो दो भुजावां दे मापां दा जोड़ तीजी भुजा तो वड्डा है ना, तो इस करके तुहाडा पहला जिहड़ा हिस्सा है सही है, क्योंकि दो भुजावां दे मापां दा जोड़ वड्डा हुंदा है तीसरी भुजा दा माप। तो पहला भाग सही है। इस तरीके नाल दूसरे नंबर ते चैक करो। दूसरे प्रश्न दे विच तुसी QR भुजा छोटी दिखानी है, तो त्रिकोण चकोगे OQR। त्रिभुज OQR विच OQ ते OR, OQ ते OR दो भुजावां जोड़ियां, ये तीसरी भुजा की माप तो वड्डा होएगा ना RQ तो, या QR कह लो। आही उपर वाला कारण जिहड़ा उपर लिखिया तुसी यही कारण रिपीट कर देना है, यानी कि ये भी सही है, आंसर आ गया। तीसरा भाग है, उहदे विच देखो RP चाहिए है भुजा, तो त्रिकोण लो OPR। त्रिकोण OPR विच भुजा RP OR ते OP दे जोड़ तो की होएगी जी, छोटी होएगी ना। दो भुजावां है OR ते OP का जोड़, तीजी भुजा RP तो वड्डा है, यानी कि ये भी सही है। ये तुहाडा आंसर आ गया। कारण वो सेम उपर वाला ही रिपीट कर देना तुसी। चलो तीसरा प्रश्न करके देखिए। कहना जी त्रिभुज ABCD एक मध्यिका AM है। मध्यिका मतलब मध्य बिंदु नूं सामने सिखर नाल मिलाण वाला रेखाखंड। दसो जी तिन्ने भुजावां दा जोड़ मध्यिका दे दुगने तो वड्डा है। कई बार इस तरह भी आ जाता है कि सिद्ध करो किसी त्रिभुज का प्रमाप मध्यिका के दुगने तो वड्डा हुंदा है। तिन्ने भुजावां दा जोड़ मापां दा जोड़ कीता, यानी कि प्रमाप की गल हो रही है। लो तो मैं पहला त्रिकोण बनाना इत्थे एक ABC, बिंदु M आपां की लिया जी मध्य बिंदु लिया, A नूं M दे नाल ज्वाइन करता। वैसे उन्होंने डॉटेड लाइन लगाई है, चलो डॉटेड लाइन लगा लो। ठीक है, लो सब तो पहला लो जी त्रिकोण AMB। त्रिभुज AMB विच भुजा AB ते BM दे माप का जोड़ ये वड्डा हो जाएगा तीसरी भुजा AM दे माप तो, क्योंकि आपां AM छोटा दिखाना है आंसर दे विच। देखो आंसर विच AM नूं छोटा दिखाना है, तो की होया जी AB ते BM दे माप का जोड़ AM तो वड्डा आ गया। इस तरह दूसरे पासे त्रिकोण चक्को AMC विच, उहदे विच भी भुजा AC ते MC चक लो। AC ते MC का जोड़ की होगा तीसरी भुजा AM तो वड्डा। क्यों वड्डा होएगा? क्योंकि सानू पता है दो भुजावां दे मापां दा जोड़ वड्डा हुंदा जी तीसरी भुजा दा माप। आ नियम है, इस करके इनू को जी समीकरण 1, इनू को समीकरण 2। हुण सानू की चाहिए? देखो AB ते AC जुड़ियां होनियां चाहिए, तो समीकरण 1 ते 2 नूं जोड़न नाल जोड़न दा ढंग हुंदा है। सब तो पहला तो ये निशान का मूँह चैक करो जी। देखो ਜਿਹੜੇ पासे मुल वड्डा होवे उधर वाले मूँह खुल जाता है, तो देखो वड्डी चीज़ खब्बे हत्थ मूँह खुला है, इधर भी खब्बे हत्थ मूँह खुला है, यानी कि निशान का मूँह सेम पासे होना चाहिए। या दोहां का मूँह खब्बे हत्थ खोलो या दोहां का सज्जे हत्थ। तो हुण खब्बे पासे च खब्बा पासा जोड़ लो, AB प्लस BM, AC प्लस MC, AM प्लस AM, AB
प्लस AC, BM ਤੇ MC ਨੂੰ ਮੈਂ ਇਕੱਠਾ ਕਰ ਲਿਆ। AM प्लस AM ਇਹਨਾਂ ਦੇ ਗੁਣਾਂਕ ਜੁੜ ਗਏ 1 ਤੇ 1 2 AM। ਅੱਛਾ ਗੁਣਾਂਕ ਨਜ਼ਰ ਨਹੀਂ ਆ ਰਿਹਾ ਨਾ ਤਾਂ ਆਪਣੇ ਮਨ ਦੇ ਵਿੱਚ ਹੀ ਰੱਖਣਾ ਹੈ ਕਿ ਇੱਕ ਹਰੇਕ ਚੀਜ਼ ਨਾਲ ਗੁਣਾ ਹੋਇਆ ਹੁੰਦਾ ਹੈ। ਹੁਣ ਨੋਟ ਕਰੋ ਇੱਧਰ ਬਣ ਗਿਆ 2 AM, ਇੱਧਰ AB प्लस AC, BM ਦੇ ਵਿੱਚ ਤੁਸੀਂ MC ਜੋੜੋਗੇ, BM 'ਚ MC ਜੋੜਿਆ ਇਹ ਸਾਰਾ ਬਣ ਗਿਆ ਜੀ BC। ਤਾਂ ਇਹ ਆ ਗਿਆ ਜੀ BC। ਸਹੀ ਕਰਕੇ ਲਿਖ ਦਈਏ ਉੱਤਰ। ਇਸ ਕਰਕੇ AB प्लस BC प्लस CA। ਭੁਜਾ AC ਨੂੰ CA ਲਿਖਤਾ, ਇੱਕੋ ਗੱਲ ਹੈ। A ਤੋਂ C ਦੀ ਲੰਬਾਈ, AC ਦੀ ਲੰਬਾਈ ਜਾਂ CA ਦੀ ਲੰਬਾਈ ਇੱਕੋ ਗੱਲ ਹੈ ਜੀ। ਦੁੱਗਣਾ ਜੀ AM ਤੋਂ, ਇਹੀ ਸਿੱਧ ਕਰਨਾ ਸੀ। ਅੱਛਾ ਇੱਥੋਂ ਦੇਖੋ ਸਾਨੂੰ ਇੱਕ ਹੋਰ ਰਿਜ਼ਲਟ ਮਿਲ ਗਿਆ ਕਿ ਤ੍ਰਿਭੁਜ ABC ਦਾ ਪਰਿਮਾਪ ਵੱਡਾ ਜੀ ਮੱਧਿਕਾ ਦੇ ਦੁੱਗਣੇ ਤੋਂ, ਹੈ ਨਾ। ਆਹ ਰਿਜ਼ਲਟ ਵੀ ਸਾਨੂੰ ਯਾਦ ਰੱਖਣ ਨੂੰ ਮਿਲ ਗਿਆ। ਨੋਟ ਤਿੰਨੇ ਭੁਜਾਵਾਂ ਦੇ ਮਾਪਾਂ ਦਾ ਜੋੜ ਹੈ, ਯਾਨੀ ਕਿ ਇਹ ਉਹਨਾਂ ਦਾ ਪਰਿਮਾਪ ਦਿੱਤਾ ਤਿਕੋਣ ABC ਦਾ। ਚਲੋ ਇਹ ਰਿਜ਼ਲਟ ਵੈਸੇ ਹੀ ਹੈ, ਤੁਸੀਂ ਯਾਦ ਰੱਖ ਲਿਓ। ਆਓ ਅਗਲਾ ਪ੍ਰਸ਼ਨ ਕਰੀਏ। ਚੌਥਾ ਪ੍ਰਸ਼ਨ ਹੈ ABCD ਇੱਕ ਚਤੁਰਭੁਜ ਹੈ ਕਿ ਚਾਰੇ ਭੁਜਾਵਾਂ ਦੀਆਂ ਲੰਬਾਈਆਂ ਦਾ ਜੋੜ ਵਿਕਰਨਾਂ ਦੇ ਜੋੜ ਤੋਂ ਵੱਡਾ ਹੁੰਦਾ ਹੈ। ਹੁਣ ਦੇਖੋ ਚਾਰੇ ਭੁਜਾਵਾਂ ਦੀਆਂ ਲੰਬਾਈਆਂ ਦਾ ਜੋੜ ਚਾਹੀਦਾ ਹੈ। ਲਓ ਜੀ ਤਾਂ ਪਹਿਲਾਂ ਆਪਾਂ ਵਿਕਰਨ ਦੀ ਗੱਲ ਕਰਦੇ ਹਾਂ ਜੀ AC ਦੀ। AC ਵਿਕਰਨ ਕਿਹੜੀਆਂ ਦੋ ਤਿਕੋਣਾਂ 'ਚ ਆ ਰਿਹਾ, ਇੱਕ ਤਾਂ ABC ਤੇ ਇੱਕ ADC ਦੇ ਵਿੱਚ। ਤਾਂ ਇੱਕ ਵਾਰ ਤਿਕੋਣ ਚੱਕ ਲਓ ABC। ਤਿਕੋਣ ABC ਵਿੱਚ ਭੁਜਾ ਆ ਰਹੀ ਹੈ ਜੀ AB ਤੇ BC। AB प्लस BC ਦੋ ਭੁਜਾਵਾਂ ਦੇ ਮਾਪਾਂ ਦਾ ਜੋੜ, ਤੀਜੀ ਭੁਜਾ AC ਤੋਂ ਤਾਂ ਵੱਡਾ ਹੋਏਗਾ। ਸਮੀਕਰਨ ਇੱਕ ਕਹਿ ਲਓ। ਤੇ ਤਿਕੋਣ ADC ਵਿੱਚ, ਕਿਉਂਕਿ ਵਿਕਰਨ AC ਚਾਹੀਦਾ ਨਾ, ADC ਵਿੱਚ AD ਤੇ CD ਦਾ ਜੋੜ ਕਰੀਏ ਜੀ। ਭੁਜਾ DA प्लस CD ਦੋ ਭੁਜਾਵਾਂ ਦੇ ਮਾਪਾਂ ਦਾ ਜੋੜ, ਤੀਜੀ ਭੁਜਾ AC ਤੋਂ ਵੀ ਵੱਡਾ ਹੋਏਗਾ। ਹੁਣ ਗੱਲ ਕਰਦੇ ਆ ਜੀ ਵਿਕਰਨ BD ਦੀ। ਇਹ ਆ ਰਿਹਾ ਤਿਕੋਣ ABD ਵਿੱਚ। ਤ੍ਰਿਭੁਜ ABD ਵਿੱਚ ਭੁਜਾ AB प्लस DA ਇਹਦਾ ਜੋੜ ਕੀ ਤੋਂ ਵੱਡਾ ਜੀ, ਵਿਕਰਨ BD ਤੋਂ। ਦੇਖੋ ਤਿਕੋਣ ਸੀ ABD, ਦੋ ਭੁਜਾਵਾਂ ਦੇ ਮਾਪਾਂ ਦਾ ਜੋੜ ਤੀਜੀ ਭੁਜਾ ਤੋਂ ਵੱਡਾ ਹੈ BD ਤੋਂ। ਇਸੇ ਤਰੀਕੇ ਨਾਲ BD ਵਿਕਰਨ ਲਈ BCD ਤਿਕੋਣ ਚੱਕੋ ਜੀ। ਤ੍ਰਿਭੁਜ BCD ਵਿੱਚ ਭੁਜਾ BC प्लस CD ਦੋਹਾਂ ਦੇ ਮਾਪਾਂ ਦਾ ਜੋੜ BD ਤੋਂ ਵੱਡਾ ਹੋ ਗਿਆ। ਅੱਛਾ ਹੁਣ ਇੱਕ ਗੱਲ ਧਿਆਨਪੂਰਵਕ ਨੋਟ ਕਰੋ, ਵੱਡਾ ਹਿੱਸਾ ਮੈਂ ਖੱਬੇ ਹੱਥ ਰੱਖਿਆ, ਛੋਟਾ ਹਿੱਸਾ ਸੱਜੇ ਹੱਥ ਰੱਖਿਆ, ਯਾਨੀ ਕਿ ਇਸ ਨਿਸ਼ਾਨ ਦਾ ਮੂੰਹ ਇੱਕੋ ਪਾਸੇ ਵੱਲ ਖੁੱਲ੍ਹਾ ਰੱਖਿਆ। ਤਾਂ ਚਾਰੇ ਸਮੀਕਰਨਾਂ ਜੋੜ ਲਓ, 1 2 3 ਤੇ 4 ਨੂੰ ਜੋੜਨ ਨਾਲ ਮੈਂ ਚਾਰੇ ਸਮੀਕਰਨਾਂ ਜੋੜ ਲਈਆਂ। ਤਾਂ ਇਹਨਾਂ ਦੇ ਖੱਬੇ ਪਾਸੇ 'ਚ ਖੱਬਾ ਪਾਸਾ ਜੁੜ ਗਿਆ, ਲਓ ਜੀ BC प्लस CD ਇਹਦਾ ਖੱਬਾ ਪਾਸਾ ਸਾਰਿਆਂ ਦਾ ਜੁੜ ਗਿਆ। ਵੱਡਾ ਜੀ ਕੀ ਤੋਂ, ਸੱਜਾ ਪਾਸਾ AC प्लस BD प्लस BD है ना। ਹੁਣ ਨੋਟ ਕਰੋ ਜੀ AB ਵੀ ਦੋ ਵਾਰ ਆ ਚੁੱਕਿਆ ਹੈ, ਇਹਨਾਂ ਦੇ ਗੁਣਾਂਕ ਜੁੜ ਗਏ 2AB। BC ਵੀ ਦੋ ਵਾਰ ਆ ਚੁੱਕਿਆ, ਗੁਣਾਂਕ ਜੁੜ ਗਏ 2BC। CD ਵੀ ਦੋ ਵਾਰ ਆ ਚੁੱਕਿਆ, ਗੁਣਾਂਕ ਜੁੜ ਗਏ CD प्लस CD 2CD। DA ਵੀ ਦੋ ਵਾਰ ਆ ਚੁੱਕਿਆ 2DA। AC प्लस AC 2AC। BD प्लस BD 2BD। ਦੋਹਾਂ ਪਾਸੇ 2 ਨਾਲ ਭਾਗ ਕਰ ਲਈਏ, ਦੋਵਾਂ ਪਾਸੇ 2 ਨਾਲ ਭਾਗ ਕਰੋ। AB प्लस BC प्लस CD प्लस DA ਇੱਧਰ ਰਹਿ ਗਿਆ ਜੀ 2 ਨਾਲ ਭਾਗ ਕਰਕੇ ਇਕੱਲਾ AC ਤੇ BD। ਤੁਹਾਡਾ ਆਨਸਰ ਆ ਚੁੱਕਿਆ। ਅੱਛਾ
ਇੱਥੇ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਲਿਖ ਦਿਓ ਕਿ ਕਿਸੇ ਤ੍ਰਿਭੁਜ ਵਿੱਚ ਦੋ ਭੁਜਾਵਾਂ ਦੇ ਮਾਪਾਂ ਦਾ ਜੋੜ ਵੱਡਾ ਹੁੰਦਾ ਹੈ, ਤੀਸਰੀ ਭੁਜਾ ਦਾ ਮਾਪ। ਇਸ ਕਰਕੇ ਅਸੀਂ ਇਹ ਸਾਰੇ ਰਿਜ਼ਲਟ ਅਪਲਾਈ ਕੀਤੇ ਆ। ਆਓ ਹੁਣ ਆਪਾਂ ਕਰਦੇ ਹਾਂ ਪੰਜਵਾਂ ਪ੍ਰਸ਼ਨ। ਪੰਜਵੇਂ ਪ੍ਰਸ਼ਨ 'ਚ ਦੇਖੋ, ABCD ਇੱਕ ਚਤੁਰਭੁਜ ਹੈ, ਉਸੇ ਤਰ੍ਹਾਂ ਚਾਰ ਭੁਜਾਵਾਂ ਦਾ ਜੋੜ ਵਿਕਰਨਾਂ ਦੇ ਜੋੜ ਦੇ ਦੁੱਗਣੇ ਤੋਂ ਘੱਟ ਸ਼ੋਅ ਕਰਨਾ ਹੈ। ਤਾਂ ਡਾਇਗਰਾਮ ਬਣਾਈਏ ਪਹਿਲਾਂ। ਲਓ, ਤਿਕੋਣ ABCD ਹੈ, ਉਹਦੇ ਵਿਕਰਨ AC ਤੇ BD ਮੰਨ ਲਓ ਬਿੰਦੂ O ਤੇ ਕੱਟ ਰਹੇ ਹੈ। ਸਾਨੂੰ ਪਤਾ ਹੈ ਕਿਸੇ ਤ੍ਰਿਭੁਜ 'ਚ ਦੋ ਭੁਜਾਵਾਂ ਦੇ ਮਾਪਾਂ ਦਾ ਜੋੜ ਵੱਡਾ ਹੁੰਦਾ ਜੀ ਤੀਸਰੀ ਭੁਜਾ ਦੇ ਮਾਪ ਤੋਂ। ਇਸ ਕਰਕੇ ਸਭ ਤੋਂ ਪਹਿਲਾਂ ਲਓ ਜੀ ਤੁਸੀਂ ਤਿਕੋਣ AOB, ਤ੍ਰਿਭੁਜ AOB ਵਿੱਚ ਇਸ 'ਚ ਨੋਟ ਕਰੋ OA ਤੇ OB ਭੁਜਾਵਾਂ ਦਾ ਜੋੜ AB ਤੋਂ ਵੱਡਾ ਹੋਏਗਾ। OA ਤੇ OB ਦਾ ਜੋੜ। ਹੁਣ ਦੂਸਰੇ ਪਾਸੇ ਤਿਕੋਣ ਲੈ ਲਓ BOC, ਤਿਕੋਣ BOC ਵਿੱਚ ਭੁਜਾ OB ਤੇ OC ਦਾ ਜੋੜ ਕੀ ਤੋਂ ਵੱਡਾ ਹੋਏਗਾ ਜੀ BC ਤੋਂ। ਲਓ OB ਪਲੱਸ OC ਦਾ ਜੋੜ BC ਤੋਂ ਵੱਡਾ ਹੈ। ਇਸੇ ਤਰੀਕੇ ਨਾਲ ਤਿਕੋਣ COD ਲੈ ਲਓ, COD ਵਿੱਚ ਭੁਜਾ OC ਤੇ OD ਦਾ ਜੋੜ ਕਰੀਏ, OC ਤੇ OD ਦਾ ਜੋੜ ਇਹ ਕੀ ਤੋਂ ਵੱਡਾ ਆਣਾ ਜੀ ਭੁਜਾ CD ਤੋਂ ਵੱਡਾ। ਤੇ ਅਖੀਰਲੀ ਤਿਕੋਣ AOD ਲਓ, ਤਿਕੋਣ AOD ਵਿੱਚ OA ਤੇ OD ਦਾ ਜੋੜ ਕੀ ਤੋਂ ਵੱਡਾ ਆਣਾ ਜੀ DA ਤੋਂ, ਕਿਉਂਕਿ ਦੋ ਭੁਜਾਵਾਂ ਦੇ ਮਾਪਾਂ ਦਾ ਜੋੜ ਤੀਜੀ ਭੁਜਾ ਤੋਂ ਵੱਡਾ ਹੁੰਦਾ ਹੈ। ਸਮੀਕਰਨ 1 2 3 ਤੇ 4। ਹੁਣ ਸਮੀਕਰਨ 1 2 3 ਤੇ 4 ਨੂੰ ਜੋੜਨ ਨਾਲ ਜੋੜ ਦਈਏ ਜੀ ਚਾਰੇ ਸਮੀਕਰਨਾਂ, ਦੇਖੀਏ ਸਾਨੂੰ ਕੀ ਮਿਲਦਾ। ਅੱਛਾ, ਇੱਥੇ ਨੋਟ ਕਰੋ ਹਰੇਕ ਸਮੀਕਰਨ ਦੇ ਵਿੱਚ ਵੱਡੀ ਚੀਜ਼ ਹੈ ਜਿਹੜੀ ਮੈਂ ਸੱਜੇ ਹੱਥ ਰੱਖੀ ਹੈ, ਯਾਨੀ ਕਿ ਇਹ ਜਿਹੜਾ ਅਸਮਾਨਤਾ ਦਾ ਚਿੰਨ੍ਹ ਹੈ ਹਰੇਕ ਪਾਸੇ ਇਹਦਾ ਮੂੰਹ ਮੈਂ ਸੱਜੇ ਹੱਥ ਰੱਖਿਆ। ਤਾਂ ਹੁਣ ਖੱਬੇ ਪਾਸੇ ਆਪਸ 'ਚ ਜੁੜਨਗੇ, ਸੱਜੇ ਪਾਸੇ ਆਪਸ 'ਚ। ਲਓ ਜੀ AB ਪਲੱਸ BC ਪਲੱਸ CD ਪਲੱਸ DA ਇਹ ਛੋਟਾ ਹੈ, ਇਹਨਾਂ ਦੇ ਸੱਜੇ ਪਾਸੇ ਜੋੜੋ ਜੀ OA ਪਲੱਸ OB, OB ਪਲੱਸ OC, OC ਪਲੱਸ OD, OA ਪਲੱਸ OD। ਠੀਕ ਹੈ ਜੀ, ਇਹ ਸਾਰੇ ਪਾਸੇ ਮੈਂ ਇਹਦੇ ਵਿੱਚ ਜੋੜਤੇ। ਹੁਣ ਨੋਟ ਕਰਿਓ ਮੇਰੇ ਕੋਲੇ OA ਵੀ 2 ਆ ਚੁੱਕੇ ਹੈ, OC ਵੀ 2 ਆ ਚੁੱਕੇ ਹੈ। ਤਾਂ ਮੈਂ ਕੀ ਕੀਤਾ, ਦੂਆ ਸਾਂਝਾ ਕੱਢ ਲਿਆ, OA ਪਲੱਸ OC ਇੱਕੋ ਬ੍ਰੈਕਟ 'ਚ ਇਕੱਠਾ ਕਰ ਲਿਆ। ਇਸੇ ਤਰੀਕੇ ਨਾਲ OB ਵੀ ਦੇਖੋ 2 ਵਾਰ ਆ ਚੁੱਕਿਆ ਤੇ OD ਵੀ ਦੇਖੋ 2 ਵਾਰ ਆਇਆ ਹੋਇਆ। ਮੈਂ 2 ਸਾਂਝਾ ਕੱਢ ਕੇ OB ਤੇ OD ਇੱਕ ਬ੍ਰੈਕਟ 'ਚ ਇਕੱਠੇ ਕਰ ਲਏ। ਹੁਣ OA ਦੇ ਵਿੱਚ OC ਜੋੜੋਗੇ ਤਾਂ ਸਾਰਾ ਬਣ ਗਿਆ ਜੀ AC, OB ਦੇ ਵਿੱਚ OD ਜੋੜੋਗੇ ਸਾਰਾ ਬਣ ਗਿਆ ਜੀ BD। ਇਹਨਾਂ 'ਚੋਂ 2 ਸਾਂਝਾ ਕੱਢ ਲਾਂ AC ਪਲੱਸ BD। ਤਾਂ ਖੱਬਾ ਪਾਸਾ ਉਸੇ ਤਰ੍ਹਾਂ ਉਤਾਰ ਲਿਓ, AB ਪਲੱਸ BC ਪਲੱਸ CD ਪਲੱਸ DA, AB ਪਲੱਸ BC ਪਲੱਸ CD ਪਲੱਸ DA, AB ਪਲੱਸ BC ਪਲੱਸ CD ਪਲੱਸ DA। ਅੱਛਾ, ਹੁਣ ਤੁਸੀਂ ਇੱਕ ਗੱਲ ਨੋਟ ਕੀਤੀ, ਜਿਹੜਾ ਚੌਥਾ ਪ੍ਰਸ਼ਨ ਕੀਤਾ ਹੈ ਤੇ ਪੰਜਵਾਂ ਪ੍ਰਸ਼ਨ ਕੀਤਾ ਹੈ ਉਹਨਾਂ ਦੇ ਮੈਥਡ ਲਗਭਗ ਸੇਮ ਜਿਹਾ, ਪਰ ਰਿਜ਼ਲਟ ਦੇਖੋ ਕਿਸ ਤਰ੍ਹਾਂ ਅਲੱਗ-ਅਲੱਗ ਆ ਰਹੀ ਹੈ। ਚਾਰੇ ਭੁਜਾਵਾਂ ਦੇ ਮਾਪਾਂ ਦਾ ਜੋੜ ਵਿਕਰਨਾਂ ਦੀਆਂ ਲੰਬਾਈਆਂ ਦੇ ਜੋੜ ਤੋਂ ਵੱਡਾ ਹੈ, ਪਰ ਚਾਰੇ ਭੁਜਾਵਾਂ ਦੀਆਂ ਮਾਪਾਂ ਦਾ ਜੋੜ ਵਿਕਰਨਾਂ ਦੀਆਂ ਲੰਬਾਈਆਂ ਦੇ ਜੋੜ ਦੇ ਦੁੱਗਣੇ ਤੋਂ ਛੋਟਾ ਹੈ। ਹੁਣ ਇਹਨਾਂ ਦੋਹਾਂ 'ਚ ਫਰਕ ਕਿਵੇਂ ਪਤਾ ਲੱਗੂਗਾ? ਜਦੋਂ ਤਾਂ ਤੁਸੀਂ ਪਤਾ ਕਰਨਾ ਹੋਵੇ ਭੁਜਾਵਾਂ ਦਾ ਜੋੜ ਵਿਕਰਨਾਂ ਤੋਂ ਵੱਡਾ ਕਰਨਾ,
ਤਾਂ ਤੁਸੀਂ ਕੀ ਕਰਨਾ ਹੈ, ਤਿਕੋਣ ਇਸ ਹਿਸਾਬ ਨਾਲ ਲਓ ਵਿਕਰਨ ਛੋਟਾ ਆਵੇ। ਵਿਕਰਨ ਛੋਟਾ ਕਿਸ ਤਰ੍ਹਾਂ ਆ ਸਕਦਾ ਹੈ, ਦੇਖੋ AC ਛੋਟਾ ਕਰਨਾ ਹੈ ਤਾਂ ਇਹਦਾ ਮਤਲਬ ਸਾਹਮਣੇ ਵਾਲੀਆਂ ਦੋ ਭੁਜਾਵਾਂ ਦਾ ਜੋੜ ਇਕੱਠਾ ਚੱਕਣਾ ਪਊਗਾ। ਇੱਧਰ ਵੀ ਅਸੀਂ ਤਿਕੋਣ ABC ਲਈ ਸੀ, ਦੋ ਭੁਜਾਵਾਂ ਦੇ ਮਾਪਾਂ ਦਾ ਜੋੜ ਇਕੱਠਾ ਕੀਤਾ ਤਾਂ ਵਿਕਰਨ ਛੋਟਾ ਆਇਆ। ਉੱਪਰ ਵੀ DA ਤੇ DC ਇਕੱਠਾ ਜੋੜ ਕੀਤਾ, AC ਛੋਟਾ ਆਇਆ। ਮੇਰੀ ਗੱਲ ਫੋਲੋ ਕਰ ਗਏ ਬਈ, ਜਿਹੜੀ ਚੀਜ਼ ਛੋਟੀ ਕਰਨੀ ਹੈ ਉਹਦੇ ਉਲਟੇ ਪਾਸੇ ਦੋ ਭੁਜਾਵਾਂ ਦਾ ਜੋੜ ਚੱਕੋ। ਤਾਂ ਮੈਂ ਵਿਕਰਨ AC ਛੋਟਾ ਕਰਨਾ ਸੀ ਤਾਂ AC ਦੇ ਉਲਟੇ ਪਾਸੇ ਦੋ ਭੁਜਾਵਾਂ ਦੇ ਜੋੜ ਇਕੱਠੇ ਚੱਕ ਲਏ। ਇਸੇ ਤਰ੍ਹਾਂ BD ਛੋਟਾ ਕਰਨਾ ਸੀ ਤਾਂ ਉਹਦੇ ਉੱਪਰ ਦੋ ਭੁਜਾਵਾਂ ਦੇ ਜੋੜ ਉਲਟੇ ਪਾਸੇ ਇਕੱਠੇ ਚੱਕ ਲਏ, ਉੱਪਰ ਵੀ ਤੇ ਹੇਠਾਂ ਵੀ। ਪੰਜਵੇਂ ਪ੍ਰਸ਼ਨ 'ਚ ਕੀ ਕੀਤਾ ਸੀ, ਵਿਕਰਨਾਂ ਦੇ ਲੰਬਾਈਆਂ ਦਾ ਦੁੱਗਣਾ ਚਾਹੀਦਾ ਸੀ ਮੈਨੂੰ, ਯਾਨੀ ਕਿ ਭੁਜਾ ਛੋਟੀ ਚਾਹੀਦੀ ਸੀ। ਤਾਂ ਫਿਰ ਇਸ ਕਰਕੇ ਕੀ ਕੀਤਾ, ਭੁਜਾ ਛੋਟੀ, ਜਿਵੇਂ AB ਭੁਜਾ ਛੋਟੀ ਕਿਵੇਂ ਆਊਗੀ, ਜੇ ਉਹਦੇ ਉਲਟੇ ਪਾਸੇ ਦੋਹਾਂ ਦਾ ਜੋੜ ਇਕੱਠਾ ਚੱਕਾਂ ਤਾਂ ਮੈਨੂੰ ਇਸ ਕਰਕੇ ਇਹਨੂੰ ਛੋਟੀਆਂ ਚਾਰ ਤਿਕੋਣਾਂ 'ਚ ਵੰਡਣਾ ਪੈ ਗਿਆ AOB ਦੇ ਵਿੱਚ। ਤਾਂ ਇਹਦੇ ਵਿੱਚ ਕੀ ਹੋਇਆ ਜੀ, ਭੁਜਾ AB ਛੋਟੀ ਦਿਖਾਣੀ ਹੈ ਤਾਂ ਨੈਚੁਰਲੀ ਹੈ ਤੁਸੀਂ OA ਤੇ OB ਦਾ ਜੋੜ ਇਕੱਠਾ ਚੱਕੋਗੇ। BC ਛੋਟੀ ਦਿਖਾਣੀ ਹੈ, OB ਤੇ OC ਦਾ ਜੋੜ ਇਕੱਠਾ ਚੱਕੋਗੇ। CD ਦਿਖਾਣੀ ਹੈ ਤਾਂ OC ਤੇ OD ਦਾ ਜੋੜ ਇਕੱਠਾ ਚੱਕੋਗੇ। AD ਛੋਟੀ ਦਿਖਾਣੀ ਹੈ ਤਾਂ OA ਤੇ OD ਦਾ ਜੋੜ ਇਕੱਠਾ ਚੱਕੋਗੇ। ਹੁਣ ਫਰਕ ਪਤਾ ਲੱਗ ਗਿਆ ਤੁਹਾਨੂੰ ਇਹਨਾਂ ਦੋਨੇ ਪ੍ਰਸ਼ਨਾਂ ਦਾ। ਇੱਥੋਂ ਦੇਖੋ ਆਪਾਂ ਨੂੰ ਇੱਕ ਬੜਾ ਵਧੀਆ ਜ਼ਬਰਦਸਤ ਰਿਜ਼ਲਟ ਵੀ ਪਤਾ ਲੱਗ ਰਿਹਾ ਕਿ ਕਿਸੇ ਵੀ ਚਤੁਰਭੁਜ ਦਾ ਜਿਹੜਾ ਪਰਿਮਾਪ ਹੈ ਵਿਕਰਨਾਂ ਦੀਆਂ ਲੰਬਾਈਆਂ ਦੇ ਜੋੜ ਤੋਂ ਵੱਡਾ ਹੁੰਦਾ ਹੈ, ਪਰ ਵਿਕਰਨਾਂ ਦੀਆਂ ਲੰਬਾਈਆਂ ਦੇ ਜੋੜ ਦੇ ਦੁੱਗਣੇ ਤੋਂ ਛੋਟਾ ਹੁੰਦਾ ਹੈ। ਚਲੋ ਆਪਾਂ ਇਹ ਰਿਜ਼ਲਟ ਲਿਖ ਵੀ ਦਿੰਦੇ ਹਾਂ। ਇਸ ਕਰਕੇ ਚਤੁਰਭੁਜ ਦੀਆਂ ਭੁਜਾਵਾਂ ਦੇ ਮਾਪਾਂ ਦਾ ਜੋੜ, ਜਾਂ ਇਸ ਤਰ੍ਹਾਂ ਕਹਿ ਲਓ ਜੀ, ਚਤੁਰਭੁਜ ਦਾ ਪਰਿਮਾਪ ਇਹ ਛੋਟਾ ਹੁੰਦਾ ਹੈ ਕਿਹਦੇ ਤੋਂ, ਦੁੱਗਣਾ ਗੁਣਾ ਵਿਕਰਨਾਂ ਦੀਆਂ ਜਾਂ ਵਿਕਰਨਾਂ ਦੇ ਮਾਪਾਂ ਦੇ ਜੋੜ ਤੋਂ, ਤੇ ਇਹ ਵੱਡਾ ਹੁੰਦਾ ਹੈ ਕੀ ਤੋਂ, ਵਿਕਰਨਾਂ ਦੇ ਮਾਪਾਂ ਦੇ ਜੋੜ ਤੋਂ। ਯਾਨੀ ਕਿ ਕਿਸੇ ਚਤੁਰਭੁਜ ਦਾ ਪਰਿਮਾਪ ਵਿਕਰਨਾਂ ਦੇ ਮਾਪਾਂ ਦੇ ਜੋੜ ਤੋਂ ਵੱਡਾ ਹੁੰਦਾ ਹੈ, ਪਰ ਵਿਕਰਨਾਂ ਦੇ ਮਾਪਾਂ ਦੇ ਜੋੜ ਦੇ ਦੁੱਗਣੇ ਤੋਂ ਛੋਟਾ ਹੁੰਦਾ ਹੈ। ਚਲੋ ਇਹ ਤੁਹਾਡਾ ਰਿਜ਼ਲਟ ਆ ਗਿਆ ਜੀ ਚੌਥੇ ਤੇ ਪੰਜਵੇਂ ਪ੍ਰਸ਼ਨ ਤੋਂ। ਹੁਣ ਕਰਦੇ ਹਾਂ ਜੀ ਛੇਵਾਂ ਪ੍ਰਸ਼ਨ। ਛੇਵੇਂ ਪ੍ਰਸ਼ਨ 'ਚ ਦੇਖੋ ਕੀ ਹੈ, ਇੱਕ ਤ੍ਰਿਭੁਜ ਦੀਆਂ ਦੋ ਭੁਜਾਵਾਂ ਦਾ ਮਾਪ 12 ਸੈਂਟੀਮੀਟਰ ਤੇ 15 ਸੈਂਟੀਮੀਟਰ ਹੈ। ਤੀਸਰੀ ਭੁਜਾ ਦਾ ਮਾਪ ਕਿਹੜੇ ਦੋ ਭੁਜਾਵਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ, ਕਿਹੜੇ ਦੋ ਮਾਪਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ। ਲਓ ਦੇਖੋ, ਸਾਨੂੰ ਇੱਕ ਗੱਲ ਪਤਾ ਹੈ ਕਿ ਤ੍ਰਿਭੁਜ ਦੀ ਤੀਸਰੀ ਭੁਜਾ ਦਾ ਮਾਪ ਦੋ ਭੁਜਾਵਾਂ ਦੇ ਮਾਪਾਂ ਦੇ ਜੋੜ ਤੋਂ ਛੋਟਾ ਹੁੰਦਾ ਹੈ, ਪਰ ਦੋ ਭੁਜਾਵਾਂ ਦੇ ਮਾਪਾਂ ਦੇ ਅੰਤਰ ਤੋਂ ਵੱਡਾ ਹੁੰਦਾ ਹੈ। ਤਾਂ ਇਸ ਕੇਸ 'ਚ ਸਾਡਾ ਕੀ ਬਣ ਗਿਆ ਜੀ, ਤੀਸਰੀ ਭੁਜਾ ਦਾ ਮਾਪ। ਅੱਛਾ ਹੁਣ ਦੇਖਿਓ, ਭੁਜਾਵਾਂ ਦੇ ਮਾਪਾਂ ਦਾ ਜੋੜ 15 ਤੇ 12 ਇਕੱਠਾ ਕਰ ਲਓ ਜੀ। ਮਾਪਾਂ ਦਾ ਅੰਤਰ 15 ਚੋਂ 12 ਗਿਆ, 15 ਚੋਂ 12 ਗਿਆ ਜੀ 3 ਸੈਂਟੀਮੀਟਰ, 15 'ਚ 12 ਜੋੜਿਆ 27 ਸੈਂਟੀਮੀਟਰ। ਤਾਂ ਇਸ ਕਰਕੇ ਜਿਹੜਾ ਤੁਹਾਡਾ ਤੀਸਰੀ ਭੁਜਾ ਦਾ ਮਾਪ ਹੈ ਉਹ 3 ਸੈਂਟੀਮੀਟਰ ਤੋਂ ਵੱਡਾ ਆਏਗਾ, ਪਰ 27 ਸੈਂਟੀਮੀਟਰ ਤੋਂ ਛੋਟਾ ਆਏਗਾ। ਇਹ ਤੁਹਾਡਾ ਆਨਸਰ ਹੈ। ਯਾਦ ਰੱਖਿਓ, ਵੱਡੀ ਭੁਜਾ 'ਚੋਂ ਛੋਟੀ ਭੁਜਾ ਘਟਾਉਣੀ ਹੈ, ਕਿਤੇ 12 ਚੋਂ 15 ਘਟਾ ਲਓ ਫਿਰ ਉਹ ਮਾਈਨਸ 'ਚ ਆ ਜਾਏਗਾ, ਅਤੇ ਭੁਜਾ ਦੀ ਲੰਬਾਈ ਮਾਈਨਸ 'ਚ ਹੁੰਦੀ ਨਹੀਂ।